ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀਆਂ ਨੂੰ। ਮੈਂ ਅਸਿਸਟੈਂਟ ਪ੍ਰੋਫੈਸਰ ਨਰਿੰਦਰਪਾਲ ਸਿੰਘ ਫਿਊਚਰ ਪੁਆਇੰਟ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੀ। ਅੱਜ ਅਸੀਂ ਜੋ ਵੀਡੀਓ ਲੈ ਕੇ ਆਏ ਹਾਂ, ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਜੀ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਮਾਸਟਰ ਕੇਡਰ ਅਤੇ PPSC ਦੇ ਅਧੀਨ ਆਈਆਂ ਸਾਡੀਆਂ ਜਿਹੜੀਆਂ ਪੋਸਟਾਂ ਪ੍ਰਿੰਸੀਪਲ, ਹੈੱਡ ਮਾਸਟਰ ਅਤੇ ਬਲਾਕ ਪ੍ਰਾਇਮਰੀ ਅਫੀਸਰ ਦੀਆਂ ਪੋਸਟਾਂ ਜਿਹੜੀਆਂ ਨੇ, ਅਜਿਹੇ ਅਧਿਆਪਕਾਂ ਵਿਦਿਆਰਥੀਆਂ ਦੇ ਲਈ ਬਹੁਤ ਜ਼ਰੂਰੀ ਮਹੱਤਵਪੂਰਨ ਟੌਪਿਕ ਹੈ ਜੀ, ਜਿਨ੍ਹਾਂ ਨੇ ਭਵਿੱਖ ਦੇ ਵਿੱਚ ਆਉਣ ਵਾਲੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬੈਠਣਾ ਹੈ। ਜਿੰਨੇ ਵੀ ਪੰਜਾਬ ਦੇ ਐਗਜ਼ਾਮ ਹੁੰਦੇ ਆ, ਮੋਸਟਲੀ ਸਾਰੇ ਐਗਜ਼ਾਮ ਦੇ ਵਿੱਚ ਸਾਡੇ ਕੋਲ ਪੋਲੀਟੀਕਲ ਦਾ ਇੱਕ ਕੁਐਸਚਨ ਪਾਰਟ ਆਪਸ਼ਨਸ ਹੁੰਦੀਆਂ ਹੀ ਹੁੰਦੀਆਂ। ਸੋ ਉਸ ਲਈ ਅਸੀਂ ਅੱਜ ਪੋਲੀਟੀਕਲ ਸਾਇੰਸ ਦੇ ਵਿੱਚੋਂ ਇੱਕ ਟੌਪਿਕ ਲਿਆ। ਉਸ ਟੌਪਿਕ ਦਾ ਨਾਮ ਹੈ ਜੀ ਸਾਡੇ ਦਾ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਦੇਖੋ ਜੀ, ਮਾਸਟਰ ਕੇਡਰ ਦੇ ਲਈ ਤਾਂ ਇਹ ਟੌਪਿਕ ਬਹੁਤ ਹੀ ਮਹੱਤਵਪੂਰਨ ਹੈ ਜੀ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਭਾਰਤੀ ਸੰਵਿਧਾਨ ਦੇ ਭਾਗ 4 ਦੇ ਵਿੱਚ ਦਰਜ ਨੇ ਜੀ। ਭਾਰਤੀ ਸੰਵਿਧਾਨ ਦੇ ਭਾਗ 4 ਦੇ ਵਿੱਚ ਦਰਜ ਨੇ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਦੋਂ ਭਾਰਤੀ ਸੰਵਿਧਾਨ ਮੂਲ ਰੂਪ 'ਚ ਬਣ ਰਿਹਾ ਸੀ, ਇਹ ਉਸ ਸਮੇਂ ਤੋਂ ਹੀ ਸਾਡੇ ਸੰਵਿਧਾਨ ਦਾ ਅੰਗ ਨੇ। ਦੇਖੋ, ਇਹਨਾਂ ਨੂੰ ਅਸੀਂ ਲਿਆ ਕਿੱਥੋਂ ਹੈ ਜੀ? ਕਈ ਵਾਰੀ ਕੁਐਸਚਨ ਸਿੱਧੇ ਰੂਪ 'ਚ ਪੁੱਛ ਲਿਆ ਜਾਂਦਾ ਹੈ ਕਿ ਭਾਰਤ ਦੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਆ ਜੋ, ਇਹ ਕਿਸ ਦੇਸ਼ ਤੋਂ ਅਡੋਪਟ ਕੀਤੇ ਜਾਂ ਇਹ ਸੋਰਸਸ ਅਸੀਂ ਕਿੱਥੋਂ ਲਿਆ ਗਿਆ, ਤਾਂ ਉਸ ਦੇਸ਼ ਦਾ ਕੀ ਨਾਮ ਹੈ ਜੀ? ਆਇਰਲੈਂਡ। ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 36 ਤੋਂ ਲੈ ਕੇ 51 ਤੱਕ, ਮਤਲਬ 36 ਤੋਂ 51 ਤੱਕ ਇਹ ਸਿਧਾਂਤ ਦਰਜ ਨੇ। ਡਾਕਟਰ BR ਅੰਬੇਦਕਰ ਅਨੁਸਾਰ ਇੱਕ ਡੈਫੀਨੇਸ਼ਨ ਹੈ ਜੀ, ਬਹੁਤ ਮਹੱਤਵਪੂਰਨ ਡੈਫੀਨੇਸ਼ਨ ਹੈ। ਪੂਰੇ ਦੇ ਪੂਰੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਪ੍ਰਤੀ ਜੋ ਸਾਡਾ ਉਦੇਸ਼ ਆ ਉਹ ਪ੍ਰਗਟਾਉਂਦੀ ਹੈ। ਨਿਰਦੇਸ਼ਕ ਸਿਧਾਂਤ ਵਿਸ਼ੇਸ਼ ਕਰਕੇ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਕਾਇਮ ਕਰਨ ਦੇ ਉਦੇਸ਼ ਨਾਲ ਘੜੇ ਗਏ ਹਨ। ਹੁਣ ਅਸੀਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ 36 ਤੋਂ ਲੈ ਕੇ 51 ਤੱਕ ਇਕੱਲੇ ਆਰਟੀਕਲ ਬਾਰੇ ਚਰਚਾ ਕਰਾਂਗੇ। ਵਿਦਿਆਰਥੀਓ, ਜਿਵੇਂ ਜਿਵੇਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਜਾਂਦਾ, ਨਾਲ ਨਾਲ ਨੋਟ ਬਣਾ ਕੇ ਆਦੀ ਕਾਪੀ 'ਤੇ ਵੀ ਲਿਖਦੇ ਜਾਇਓ ਜੀ। ਆਰਟੀਕਲ 36 ਮਤਲਬ 36 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਇਸ ਦੀ ਪਰਿਭਾਸ਼ਾ ਦਰਜ ਹੈ DPSP। ਆਰਟੀਕਲ 37 ਇਹ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੂੰ ਅਦਾਲਤੀ ਤੌਰ 'ਤੇ ਅਸੀਂ ਲਾਗੂ ਨਹੀਂ ਕਰ ਸਕਦੇ। ਜੇ ਸਰਕਾਰ ਚਾਹੇ ਤਾਂ ਇਸ ਦੇ ਉੱਤੇ ਉਹ ਆਪਣਾ ਕਾਨੂੰਨ ਬਣਾ ਸਕਦੀ ਹੈ। ਇਸ ਦੇ ਵਿੱਚ ਇੱਕ ਹੋਰ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ DPSP ਜਿਹੜੇ ਹੈਗੇ ਆ, ਇਹ ਨਾਨ ਜਸਟੀਫਾਈਬਲ ਹੈ। ਇਹਨਾਂ ਨੂੰ ਅਸੀਂ ਕਾਨੂੰਨ ਦੇ ਵਿੱਚ, ਕਾਨੂੰਨੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਦੇ ਸਕਦੇ। ਆਰਟੀਕਲ 38 ਕਲਿਆਣਕਾਰੀ ਰਾਜ ਦੀ ਵਿਵਸਥਾ। ਆਰਟੀਕਲ 38 ਕਲਿਆਣਕਾਰੀ ਰਾਜ ਦੀ ਵਿਵਸਥਾ। ਦੇਖੋ, ਤੁਹਾਨੂੰ ਮੋਸਟਲੀ ਕੁਐਸਚਨ ਦੇ ਵਿੱਚ, ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਜਿਵੇਂ ਮੈਂ ਹੁਣ ਤੁਹਾਨੂੰ ਕੁਐਸਚਨ ਪੁੱਛਦਾ, ਜਿਨ੍ਹਾਂ ਵਿਦਿਆਰਥੀਆਂ ਨੂੰ ਇਸ ਦਾ ਆਨਸਰ ਪਤਾ ਹੋਵੇ ਉਹ ਮੈਨੂੰ ਕਮੈਂਟ ਕਰ ਸਕਦਾ, ਦੱਸ ਸਕਦੇ ਨੇ। ਭਾਰਤ ਦੇ ਸੰਵਿਧਾਨ ਦੇ ਵਿੱਚ ਕਿਸ ਆਰਟੀਕਲ ਦੇ ਅਧੀਨ ਕਲਿਆਣਕਾਰੀ ਰਾਜ ਦੀ ਵਿਵਸਥਾ ਕੀਤੀ ਗਈ ਹੈ? 36, 37, 38, 39। ਨੈਕਸਟ ਜੀ, ਅਸੀਂ ਅੱਗੇ ਚੱਲਦੇ ਹਾਂ। ਆਰਟੀਕਲ 39 ਦੇ ਵਿੱਚ ਇਸਤਰੀਆਂ ਅਤੇ ਮਰਦਾਂ ਦੇ ਬਰਾਬਰ ਕੰਮ ਕਰਨ ਦੇ, ਬਰਾਬਰ ਮੌਕੇ ਅਤੇ ਬਰਾਬਰ ਉਹਨਾਂ ਨੂੰ ਤਨਖਾਹ ਦੀ ਵਿਵਸਥਾ ਕੀਤੀ ਗਈ ਹੈ। ਆਰਟੀਕਲ 39A ਟੂ ਪ੍ਰਮੋਟ ਇਕੁਅਲ ਜਸਟਿਸ ਐਂਡ ਪ੍ਰੋਵਾਈਡ ਫ੍ਰੀ ਲੀਗਲ ਏਡ ਟੂ ਦਾ ਪੂਅਰ। ਦੇਖੋ, ਸਾਨੂੰ ਪੇਪਰ ਦੇ ਵਿੱਚ ਡਾਇਰੈਕਟ ਰੂਪ ਦੇ ਵਿੱਚ ਰਾਜੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਸ ਆਰਟੀਕਲ ਦੇ ਅਧੀਨ ਕਾਨੂੰਨੀ ਰੂਪ ਦੇ ਵਿੱਚ ਮੁਫਤ ਅਤੇ ਜਿਹੜੀ ਲੀਗਲ ਸਹਾਇਤਾ ਸਾਨੂੰ ਦਿੱਤੀ ਜਾਂਦੀ ਹੈ, ਮੁਫਤ ਕਾਨੂੰਨੀ ਸਹਾਇਤਾ ਕਿਸ ਆਰਟੀਕਲ ਦੇ ਅਧੀਨ ਅਸੀਂ ਪ੍ਰਾਪਤ ਕਰ ਸਕਦੇ ਹਾਂ? ਤਾਂ ਉਹ ਆਰਟੀਕਲ ਹੈ ਜੀ 39A। ਨੈਕਸਟ ਜੀ, ਆਰਟੀਕਲ 40। ਆਰਟੀਕਲ 40 ਦੇ ਵਿੱਚ ਪੰਚਾਇਤੀ ਰਾਜ ਦੇ ਗਠਨ ਦੀ ਵਿਵਸਥਾ ਕੀਤੀ ਗਈ ਹੈ ਜੀ। ਆਰਟੀਕਲ 41 ਦੇ ਵਿੱਚ ਬੇਰੁਜ਼ਗਾਰੀ, ਬੁਢਾਪਾ ਅਤੇ ਬਿਮਾਰੀ ਦੇ ਸਮੇਂ ਆਰਥਿਕ ਸਹਾਇਤਾ, ਇੱਕ ਇਕਨੋਮਿਕਲੀ ਹੈਲਪ ਹੈ ਜੀ, ਜੋ ਆਰਥਿਕ ਰੂਪ ਦੇ ਵਿੱਚ ਜੋ ਸਰਕਾਰ ਸਾਡੀ ਸਹਾਇਤਾ ਕਰਦੀ ਹੈ, ਉਹ ਸਹਾਇਤਾ ਦਾ ਦਰਜਾ ਹੈ। ਉਦਾਹਰਨ ਦੇ ਤੌਰ 'ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਬੇਰੁਜ਼ਗਾਰੀ ਭੱਤੇ ਜੋ ਸਰਕਾਰ ਸਾਨੂੰ ਦਿੰਦੀ ਹੈ, ਉਹ ਸਾਡੇ ਆਰਟੀਕਲ 41 ਦੇ ਅਧੀਨ ਹੁੰਦੇ ਆ। ਉਦਾਹਰਨ ਦੇ ਤੌਰ 'ਤੇ ਗੱਲ ਨੂੰ ਧਿਆਨ ਨਾਲ ਸਮਝੋ ਰਾਜੇ। ਦੇਖੋ, ਦੋ ਰਾਜ ਆ ਸਾਡੇ ਕੋਲ, ਇੱਕ ਰਾਜ ਪੰਜਾਬ ਆ, ਇੱਕ ਹਰਿਆਣਾ ਹੈ। ਜਿਹੜਾ ਹਰਿਆਣਾ ਰਾਜ ਹੈ ਉਹ ਬੁਢਾਪਾ ਪੈਨਸ਼ਨ ਹੈ ਜਿਹੜੀ 1000 ਰੁਪਈਆ ਦੇ ਰਿਹਾ ਹੈ। ਜਿਹੜਾ ਪੰਜਾਬ ਰਾਜ ਹੈ ਇਹ ਬੁਢਾਪਾ ਪੈਨਸ਼ਨ 500 ਰੁਪਈਆ ਦੇ ਰਿਹਾ ਹੈ। ਤਾਂ ਇੱਥੇ ਤੁਸੀਂ ਕੰਪਲਸ਼ਨ ਨਹੀਂ ਕਰ ਸਕਦੇ, ਇਸ ਚੀਜ਼ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਪੰਜਾਬ ਰਾਜ ਵੀ ਤੁਹਾਨੂੰ 1000 ਰੁਪਈਆ ਪੈਨਸ਼ਨ ਦੇਵੇ।
ਕਿਉਂਕਿ ਜੇ ਪੰਜਾਬ ਰਾਜ ਦੇ ਵਿੱਤੀ ਖਾਤੇ ਦੇ ਵਿੱਚ ਅਮਾਊਂਟ ਹੈ ਤਾਂ ਇਹ ਚਾਹੇ ਤਾਂ ਆਪਦੀ ਪੈਨਸ਼ਨ ਨੂੰ ਵਧਾ ਸਕਦਾ ਹੈ, ਜੇ ਚਾਹੇ ਤਾਂ ਇਹਨੂੰ ਬੰਦ ਵੀ ਕਰ ਸਕਦਾ ਹੈ। ਤੁਸੀਂ ਇਹਨੂੰ ਚੈਲੰਜ ਨਹੀਂ ਕਰ ਸਕਦੇ, ਕਾਨੂੰਨੀ ਰੂਪ ਦੇ ਵਿੱਚ ਤੁਸੀਂ ਇਸ ਨੂੰ ਚੈਲੰਜ ਨਹੀਂ ਕਰ ਸਕਦੇ। ਨੈਕਸਟ ਆ ਗਿਆ ਜੀ ਆਰਟੀਕਲ 42, ਗਰਭਵਤੀ ਇਸਤਰੀਆਂ ਲਈ ਜਣੇਪੇ ਵਿੱਚ ਸਹਾਇਤਾ। ਮੈਟਰਨਿਟੀ ਰਿਲੀਫ ਜੋ ਸਾਨੂੰ ਮਿਲਦੀ ਹੈ, ਜੋ ਅਸੀਂ ਦੇਖਦੇ ਹਾਂ ਗਰਭਵਤੀ ਇਸਤਰੀਆਂ ਨੂੰ ਜੋ ਛੁੱਟੀ ਵਗੈਰਾ ਜੋ ਵੀ ਉਸ ਦਾ ਪ੍ਰਬੰਧ ਕੀਤਾ ਗਿਆ, ਉਸ ਚੀਜ਼ ਨੂੰ ਆਰਟੀਕਲ 42 ਦੇ ਵਿੱਚ ਦਰਜ ਕੀਤਾ ਗਿਆ ਹੈ। ਆਰਟੀਕਲ 43, ਲਘੂ ਘਰੇਲੂ ਛੋਟੇ ਉਦਯੋਗਾਂ ਨੂੰ ਵਿਕਸਿਤ ਕਰਨ ਦੇ ਲਈ ਵੀ ਇਸ ਦੇ ਵਿੱਚ ਉਪਰਾਲਾ ਕੀਤਾ ਗਿਆ। ਰਾਜ ਚਾਹੇ ਤਾਂ ਅਜਿਹੇ ਘਰੇਲੂ ਉਦਯੋਗਾਂ ਨੂੰ ਪ੍ਰਮੋਟ ਵੀ ਕਰ ਸਕਦਾ ਹੈ। ਜੇਕਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ, ਇਸ ਦਾ ਜੇ ਆਨਸਰ ਪਤਾ ਹੋਵੇ ਤਾਂ ਤੁਸੀਂ ਮੈਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਤਲਬ ਕਿ ਮੇਰੇ ਕਮੈਂਟ ਦੇ ਵਿੱਚ ਇਸ ਨੂੰ ਤੁਸੀਂ ਦੱਸ ਸਕਦੇ ਹੋ। ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 40 ਦੇ ਵਿੱਚ ਕਿਸ ਚੀਜ਼ ਦੀ ਵਿਵਸਥਾ ਕੀਤੀ ਗਈ ਹੈ? ਬੇਰੁਜ਼ਗਾਰੀ, ਗਰਭਵਤੀ ਇਸਤਰੀ ਛੁੱਟੀ, ਜਾਂ ਘਰੇਲੂ ਉਦਯੋਗ, ਜਾਂ ਪੰਚਾਇਤੀ ਰਾਜ। ਨੈਕਸਟ ਸਾਡੇ ਕੋਲ ਆਰਟੀਕਲ ਆ ਗਿਆ ਜੀ 44। ਆਰਟੀਕਲ 44 ਦੇ ਵਿੱਚ ਸਾਰੇ ਨਾਗਰਿਕਾਂ ਲਈ ਇੱਕੋ ਜਿਹੇ ਕਾਨੂੰਨ ਹੋਵੇਗਾ। ਮਤਲਬ ਕਿ ਰਾਜ ਦੇ ਵਿੱਚ ਜਿੰਨੇ ਵੀ ਨਾਗਰਿਕ ਨੇ ਸਭ ਦੇ ਲਈ ਯੂਨੀਫਾਰਮ ਸਿਵਲ ਕੋਡ ਹੋਏਗਾ, ਸਭ ਦੇ ਲਈ ਇਕੁਅਲ ਕਾਨੂੰਨ ਹੋਏਗਾ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ। ਹਰ ਇੱਕ ਵਿਅਕਤੀ ਦੇ ਲਈ ਕਾਨੂੰਨ ਦੇ ਵਿੱਚ ਕਿਸੇ ਪ੍ਰਕਾਰ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ। ਆਰਟੀਕਲ 45, ਰਾਜ ਸਾਰੇ ਬੱਚਿਆਂ ਦੀ ਮੁੱਢਲੀ ਦੇਖਭਾਲ ਅਤੇ 6 ਸਾਲ ਪੂਰਾ ਕਰਨ ਤੱਕ ਸਿੱਖਿਆ ਪ੍ਰਦਾਨ ਕਰੇਗਾ। ਐਜੂਕੇਸ਼ਨ ਦੇ ਐਗਜ਼ਾਮ ਦੇ ਵਿੱਚ ਮੋਸਟਲੀ ਆਰਟੀਕਲ 45 ਬਾਰੇ ਪੁੱਛਿਆ ਜਾਂਦਾ ਹੁੰਦਾ ਹੈ। ਡਾਇਰੈਕਟ ਰੂਪ ਦੇ ਵਿੱਚ ਲਿਖਿਆ ਜਾਂਦਾ, ਕਿਸ ਨੀਤੀ ਨਿਰਦੇਸ਼ਕ ਸਿਧਾਂਤ ਵਿੱਚ ਸਿੱਖਿਆ ਦੀ ਜ਼ਿਕਰ ਕੀਤਾ ਗਿਆ ਹੈ ਜਾਂ ਸਿੱਖਿਆ ਦੇ ਪ੍ਰਬੰਧ ਬਾਰੇ ਕਿਹਾ ਗਿਆ ਹੈ, ਤਾਂ ਉਹ ਹੈ ਜੀ ਆਰਟੀਕਲ 45। ਆਰਟੀਕਲ 46, ਰਾਜ ਸਾਰੇ SC ST ਦੇ ਵਰਗ ਦੇ ਲੋਕਾਂ ਨੂੰ ਆਰਥਿਕ ਅਤੇ ਵਿਦਿਅਕ ਸਹਾਇਤਾ ਕਰੇਗਾ। ਆਰਟੀਕਲ 47, ਰਾਜ ਸ਼ਰਾਬ ਅਤੇ ਦੂਸਰੀਆਂ ਨਸ਼ੀਲੀਆਂ ਵਸਤੂਆਂ ਉੱਤੇ ਪਾਬੰਦੀ ਲਗਾ ਸਕਦਾ ਹੈ। ਆਰਟੀਕਲ 48, ਰਾਜ ਦੁਧਾਰੂ ਮਤਲਬ ਦੁੱਧ ਦੇਣ ਵਾਲੇ ਪਸ਼ੂਆਂ ਦੀ ਹੱਤਿਆ 'ਤੇ ਪਾਬੰਦੀ ਲਗਾ ਸਕਦਾ ਹੈ। ਆਰਟੀਕਲ 49, ਰਾਜ ਇਤਿਹਾਸਕ ਦ੍ਰਿਸ਼ਟੀ ਤੋਂ ਕਲਾਤਮਕ ਇਮਾਰਤਾਂ ਦੀ ਸੁਰੱਖਿਆ ਕਰੇਗਾ। ਜੇ ਰਾਜ ਦੇ ਦਾਇਰੇ ਦੇ ਵਿੱਚ ਕੋਈ ਹਿਸਟੋਰੀਕਲ ਬਿਲਡਿੰਗ ਹੈ ਤਾਂ ਰਾਜ ਦਾ ਫਰਜ਼ ਬਣੇਗਾ ਕਿ ਉਹ ਉਸ ਦੀ ਸੁਰੱਖਿਆ ਕਰੇ। ਆਰਟੀਕਲ 50, ਜਨਤਕ ਸੇਵਾਵਾਂ ਵਿੱਚ ਨਿਆਂ ਪ੍ਰਣਾਲੀ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਦਾ ਯਤਨ ਕਰੇਗਾ। ਆਰਟੀਕਲ 50 ਬੜੇ ਧਿਆਨ ਨਾਲ ਸਮਝੋ ਰਾਜੇ, ਜਨਤਕ ਸੇਵਾਵਾਂ ਵਿੱਚ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਦਾ ਯਤਨ ਕਰੇਗਾ। ਆਰਟੀਕਲ 51, ਰਾਜ ਅੰਤਰਰਾਸ਼ਟਰੀ ਸ਼ਾਂਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਰਾਜੇ ਇਹ ਸੀ ਸਾਡੇ ਕੋਲੇ DPSP ਭਾਗ 4 ਦੇ ਵਿੱਚ ਦਰਜ 36 ਆਰਟੀਕਲ ਤੋਂ 51 ਆਰਟੀਕਲ ਤੱਕ ਦੀ ਇਹਨਾਂ ਦੀ ਵਿਆਖਿਆ। ਹੁਣ ਇੱਕ ਡੈਫੀਨੇਸ਼ਨ ਹੈ ਸਾਡੇ ਕੋਲੇ, ਅਕਸਰ ਪੇਪਰ ਦੇ ਵਿੱਚ ਆ ਜਾਂਦੀ ਹੈ ਕਿ ਕਿਸ ਨੇ ਕਿਹਾ ਸੀ ਕਿ ਜਦੋਂ ਰਾਜ ਕੋਲ ਪੈਸੇ ਹੋਣਗੇ ਤਾਂ ਰਾਜ ਇਸ ਚੈੱਕ ਦੀ ਅਦਾਇਗੀ ਕਰ ਸਕਦਾ ਹੈ, ਤਾਂ ਇਹ KT ਸ਼ਾਹ ਨੇ ਕਿਹਾ ਸੀ। ਉਦਾਹਰਨ ਦੇ ਤੌਰ 'ਤੇ ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਜੇਕਰ ਰਾਜ ਕੋਲੇ ਉਸ ਚੀਜ਼ ਦੇ ਲਈ ਇਕਨੋਮਿਕਲੀ ਹੈਲਪ ਕਰਨ ਦੇ ਲਈ ਪੈਸਾ ਹੈ ਤਾਂ ਰਾਜ ਕਰ ਸਕਦਾ ਹੈ, ਕੰਪਲਸ਼ਨ ਨਹੀਂ ਹੈਗੀ। KT ਸ਼ਾਹ ਨੇ ਇਹਦੀ ਤੁਲਨਾ ਬੈਂਕ ਦੇ ਅਜਿਹੇ ਚੈੱਕ ਨਾਲ ਕੀਤੀ ਜੋ ਕਿ ਬੈਂਕ ਕੋਲ ਪੈਸੇ ਹੋਣ 'ਤੇ ਚੈੱਕ ਪਾਸ ਕਰ ਸਕਦਾ ਹੈ। ਅੱਗੇ ਜੀ ਬਹੁਤ ਮਹੱਤਵਪੂਰਨ ਪਾਰਟ ਹੈ ਜੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਕਲਾਸੀਫਿਕੇਸ਼ਨ, ਉਹਨਾਂ ਦਾ ਵਰਗੀਕਰਨ ਹੈ ਜੀ। ਅਸੀਂ 4 ਰੂਪ 'ਚ ਇਹਦਾ ਵਰਗੀਕਰਨ ਕੀਤਾ। ਪਹਿਲਾ ਸਮਾਜਵਾਦੀ ਸਿਧਾਂਤ, ਉਦਾਰਵਾਦੀ ਸਿਧਾਂਤ, ਗਾਂਧੀਵਾਦੀ ਸਿਧਾਂਤ ਅਤੇ ਅੰਤਰਰਾਸ਼ਟਰੀ ਸਿਧਾਂਤ। ਦੇਖੋ ਇੱਥੋਂ ਸਾਨੂੰ 3 ਕੁਐਸਚਨ ਡਾਇਰੈਕਟ ਬਣ ਸਕਦੇ ਆ। ਇੱਕ ਤਾਂ ਗਾਂਧੀਵਾਦੀ ਸਿਧਾਂਤਾਂ ਨੂੰ ਲੈ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਗਾਂਧੀ ਦੇ ਸੁਪਨੇ ਦੇ ਆਧਾਰ 'ਤੇ ਜਾਂ ਗਾਂਧੀ ਜੀ ਦੇ ਸਿਧਾਂਤਾਂ ਦੇ ਆਧਾਰ 'ਤੇ ਨੀਤੀ ਨਿਰਦੇਸ਼ਕ ਸਿਧਾਂਤ ਹੈ। ਸੈਕੰਡਲੀ, ਕਿਹੜਾ ਸਮਾਜਵਾਦੀ ਨੀਤੀ ਨਿਰਦੇਸ਼ਕ ਸਿਧਾਂਤ ਹੈ, ਜਾਂ ਭਾਰਤ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਕਲਾਸੀਫਿਕੇਸ਼ਨ ਅਨੁਸਾਰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ। ਅਜਿਹੇ ਕਈ ਪ੍ਰਕਾਰ ਦੇ ਕੁਐਸਚਨ ਹੈ, ਜਿਹਨੇ ਕੁਐਸਚਨ ਮੈਂ ਹੁਣ ਤੁਹਾਨੂੰ ਪੁੱਛੇ ਨੇ, ਇਹਨਾਂ ਕੁਐਸਚਨਾਂ ਦੇ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਜੀ। ਤੁਹਾਨੂੰ ਵੀਡੀਓ ਅੱਛਾ ਲੱਗਿਆ, ਸਮਝ ਆਇਆ, ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ।
ਕੋਸ਼ਿਸ਼ ਇਹ ਕਰੋ ਕਿ ਇਹ ਵੀਡੀਓ ਉਸ ਲੋੜਵੰਦ ਵਿਦਿਆਰਥੀ ਤੱਕ ਪਹੁੰਚੇ ਜਿਸ ਵਿਦਿਆਰਥੀ ਤੱਕ ਇਸ ਦੀ ਜ਼ਰੂਰਤ ਹੈ। ਥੈਂਕ ਯੂ।